ਹੰਕਾਰੀਆਂ ਨਿੰਦ ਕਾ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛੁਡਾਇਆ, ਹਰ ਜੁਗ ਜੁਗ ਭਗਤ ਉਪਾਇਆ। ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਇਤਨੇ ਮਹਿ ਚੰਚਲ ਬਲ ਬਾਜੀ, ਆਬਤ ਮਨਹੁ ਕਰੇ ਨਟ ਬਾਜੀ। ਇਤਨੇ ਮਹਿ ਚੰਚਲ ਬਲ ਬਾਜੀ, ਆਬਤ ਮਨਹੁ ਕਰੇ ਨਟ ਬਾਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਬੰਦਨਾ ਕੋ ਲੇਤੀ ਬੰਦਤਾ ਕੋ ਦੇਤ ਜਨ, ਪ੍ਰੀਤ लेत देत है प्रतीत सुख सेत है। पाओ और लेती बड़ो पर पाओ देत आप, निर्गुण पद देत गुण देख लेत है। थोड़ी जई पेट लेत जम की पेट देत, सतगुर नानक जी कर नानकेत है। हंता लेत दासन की अम ब्रह्म दे तो और, मान लेत चरण में मुकत को देत है। एकांकार सतगुरु ते प्रसाद सच होई, वाहेगुरु जी की फतेह। विघ्न विनाशन सोई, वाहेगुरु जी की फतेह। विघ्न विनाशन सोई। वाहेगुरु जी का खालसा, वाहेगुरु जी की फतेह। परम सत्कारयोग गुरु रूप खालसा साध संगत जी, जितने भी माई भाई नेमी प्रेमी दूरों नेड़ों चल करके महापुरखों के पवित्र पावन अस्थान अथवा गुरु बाबा जी दे सचखंड दरबार दे विच पहुँचे हो। सतगुरां दी चरनां च हाज़री लवाउण वास्ते अपनियां चित विरतियां बाहरों कागर करन दी खिचल करो। भगत वशल पतत पावन दीना बंदो तन्ने लोगां दे मालक सांझे रहवर निरंकारी जोत सतगुरु हराय साहिब जी महाराज दी पावन कथा चल रही है। पिछले प्रकरण दे विच असीं ये विचार सरवण कीती। जिस वक्त बाबा धीरमल जी और माता जी ने देखिया भी बाबा राम राय जी ने बड़िया हो जियां गल्लां चिट्ठी दे विच ले करके भेजिया सन, दे करके अंदाजा लगा लिया भी जै किते गुरता गद्दी दे मालक सतगुरु हराय साहिब जी महाराज ने अपने छोटे साहिबजादे नूं बना दिता। दोवें भरावां दे विच बड़ी स्पर्धा बड़ी ईरखा वखीली पैदा हो जानी है। बाबा धीरमल जी ने सतगुरु रामदास महाराज दे टाइम दे जेड़े
ਵੱਡੇ ਵੱਡੇ ਪੱਧਰ ਜੋ ਵੀ ਉਪਾਜਤਨ। ਬਾਬਾ ਪ੍ਰੀਤੀ ਚੰਦ ਜੀ ਨੇ ਆਪਣੇ ਵੱਲੋਂ ਸਿੰਘਾਸਣ ਪ੍ਰਾਪਤ ਕਰਨ ਦੇ ਲਈ ਕੀਤੇ ਸੀ। ਉਹਨਾਂ ਦਾ ਵੀ ਬੜੇ ਵਿਸਤਾਰ ਦੇ ਨਾਲ ਜ਼ਿਕਰ ਕੀਤਾ। ਦੋਵੇਂ ਹੀ ਇਹ ਗੁਰਤਾ ਗੱਦੀ ਬਾਬਾ ਰਾਮ ਰਾਏ ਜੀ ਨੂੰ ਆਪਣੇ ਵੱਲੋਂ ਦਬਾਉਣਾ ਚਾਹੁੰਦੇ ਹਨ। ਸਤਿਗੁਰੂ ਹਰਿ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਵੀ ਇਹ ਹੈ ਇਲਾਹੀ ਦਾਤ, ਇਹਨੂੰ ਕੋਈ ਜ਼ੋਰ ਜਾਂ ਫਿਰ ਧੱਕੇ ਦੇ ਨਾਲ ਤਾਂ ਪ੍ਰਾਪਤ ਨਹੀਂ ਕਰ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਆਪਣੇ ਦੋਵੇਂ ਸਾਹਿਬਜ਼ਾਦਿਆਂ ਨੂੰ ਛੱਡ ਕਰਕੇ ਬਾਬਾ ਲਹਿਣਾ ਜੀ ਨੂੰ ਜਿਹੜਾ ਹੈ ਰੂਹਾਨੀ ਜਿਹੜੀ ਰੂਹਾਨੀ ਪ੍ਰਾਪਰਟੀ ਹੈ, ਜੋ ਵੀ ਰਿੱਧੀਆਂ ਸਿੱਧੀਆਂ ਦੇ ਭੰਡਾਰ ਸੇਵਾ ਦੇ ਉੱਪਰ ਪ੍ਰਸੰਨ ਹੋ ਕਰਕੇ ਬਾਬਾ ਲਹਿਣਾ ਜੀ ਦੇਖੋ ਗੁਰਤਾ ਗੱਦੀ ਦੇ ਮਾਲਕ ਬਣੇ। ਤੀਸਰੇ ਪਾਤਸ਼ਾਹ ਨੇ ਵੀ ਆਪਣੇ ਸਾਹਿਬਜ਼ਾਦਿਆਂ ਨੂੰ ਨਹੀਂ ਵਡਿਆਇਆ ਸੀ। ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵੀ ਇਹੋ ਜੀ ਖੇਲ ਵਰਤਾਈ। ਸੁਣ ਕਰਕੇ ਬਾਬਾ ਧੀਰਮਲ ਜੀ ਔਰ ਮਾਤਾ ਜੀ ਤਾਂ ਭਾਵੇਂ ਵਾਰ-ਵਾਰ ਇਹੀ ਆਪਣੇ ਵੱਲੋਂ ਜ਼ੋਰ ਪਾ ਰਹੇ ਸੀ ਵੀ ਤੁਹਾਨੂੰ ਇਹ ਸਿੰਘਾਸਣ ਦੇ ਮਾਲਕ ਵੱਡੇ ਸਾਹਿਬਜ਼ਾਦੇ ਨੂੰ ਬਣਾਉਣਾ ਚਾਹੀਦਾ ਹੈ। ਜਾ ਕਰਕੇ ਉਹਨਾਂ ਨੇ ਦੇਖੋ ਕਾਜੀ ਮਲਾਣਿਆ ਔਰ ਬਾਦਸ਼ਾਹ ਔਰੰਗਜ਼ੇਬ ਨੂੰ ਆਪਣੇ ਵਾਅਦੇ ਵਿੱਚ ਕੀਤਾ ਹੋਇਆ ਹੈ। ਕੱਲ੍ਹ ਨੂੰ ਕਿਤੇ ਇਹੋ ਜਿਹਾ ਕੌਤਕ ਵਰਤ ਗਿਆ। ਬਾਬਾ ਰਾਮ ਰਾਏ ਜੀ ਨੇ ਇਹ ਗੁਰਤਾ ਗੱਦੀ ਧੱਕੇ ਦੇ ਨਾਲ ਹੀ ਖੋਹ ਲੈਣੀ ਹੈ। ਪਰ ਜਦੋਂ ਸਤਿਗੁਰੂ ਹਰਿ ਸਾਹਿਬ ਜੀ ਮਹਾਰਾਜ ਨੇ ਦੇਖਿਆ ਵੀ ਇਹ ਹੁਣ ਵਾਰ-ਵਾਰ ਇਸ ਵਾਰਤਾ ਦਾ ਸਾਡੇ ਪਾਸੋਂ ਜ਼ਿਕਰ ਕਰਨ ਤੋਂ ਨਹੀਂ ਹਟਦੇ ਹਨ। ਅੰਮ੍ਰਿਤ ਵੇਲੇ ਹੀ ਮਹਾਰਾਜ ਨੇ ਆਪਣੇ ਢੋਲਾ ਔਰ ਨਗਾਰਿਆਂ ਦੇ ਉੱਪਰ ਚੋਬਾਂ ਲਗਾ ਦਿੱਤੀਆਂ ਸਨ। ਜਦੋਂ ਵੀ ਕਿਤੇ ਨਗਾਰੇ 'ਤੇ ਚੋਬ ਲੱਗਦੀ, ਜਿਹੜੇ ਯੋਧੇ ਸੂਰਮੇ ਬਹਾਦਰ ਸੁਣ ਅਨੁਸਾਰ ਆਪਣੀ ਤਿਆਰੀ ਕਰ ਲੈਂਦੇ ਸੀ। ਸਤਿਗੁਰੂ ਜੀ ਕਹਿਣ ਲੱਗੇ ਵੀ ਦੇਖੋ ਆਪਾਂ ਦਿਨ ਚੜ੍ਹਦੇ ਤੋਂ ਪਹਿਲਾਂ ਇੱਥੋਂ ਆਪਣੇ ਡੇਰੇ ਕੂਚ ਕਰ ਦੇਣੇ ਹਨ। ਬ੍ਰਹਮ ਮੁਹੂਰਤ ਦੇ ਸਮੇਂ ਮਹਾਰਾਜ ਨੇ ਇਸ਼ਨਾਨ ਵੀ ਕਰ ਲਿਆ। ਸਰੀਰ ਦੇ ਉੱਪਰ ਬੜੇ ਸੋਹਣੇ ਸ਼ਾਸਤਰ ਔਰ ਵਸਤਰ ਵੀ ਧਾਰਨ ਕਰ ਲਏ ਹਨ। ਜਿਹੜਾ ਹਜੂਰੀਆ ਸੇਵਾਦਾਰ ਉਹ ਬੜਾ ਸੁੰਦਰ ਘੋੜਾ ਪਕੜ ਕਰਕੇ ਉਹਨੇ ਸਤਿਗੁਰੂ ਹਰਿ ਸਾਹਿਬ ਜੀ ਮਹਾਰਾਜ ਦੇ ਪਾਸ ਹਾਜ਼ਰ ਕਰ ਦਿੱਤਾ ਸੀ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਇਤਨੇ ਮਹਿ ਚੰਚਲ ਬਲ ਬਾਜੀ। ਇਤਨੇ ਨੂੰ ਸਤਿਗੁਰੂ ਜੀ ਦਾ ਜਿਹੜਾ ਬੜਾ ਬਲਵਾਨ ਚੰਚਲ ਘੋੜਾ ਸੇਵਾਦਾਰ ਨੇ ਲਿਆ ਕਰਕੇ ਸਾਹਮਣੇ ਖੜਾ ਕਰ ਦਿੱਤਾ ਸੀ। ਆਬਤ ਮਨੋ ਕਰੇ ਨਟ ਬਾਜੀ। ਆਪਣੇ ਜਿਹੜੇ ਚਾਰੇ ਪੌੜ ਇਉਂ ਧਰਤੀ ਦੇ ਉੱਪਰ ਪਾਉਣ ਲੱਗ ਪਿਆ ਵੀ ਜਿਵੇਂ ਨਟ ਲੋਕ ਆਪਣੀ ਬਾਜੀ ਬੜੀ ਚੰਚਲਤਾਈ ਦੇ ਨਾਲ ਪਾਇਆ ਕਰਦੇ ਹਨ। ਚਾਮੀ ਕਰਖੋ ਜੀਨ ਸੁਹਾਵਾ। ਜੈਸਾ ਜੀਨ ਦੇ ਵਿੱਚ ਚਾਰੇ ਪਾਸੇ ਬੜਾ ਸੋਨਾ ਲੱਗਿਆ ਹੋਇਆ ਸੀ। ਜਟਤ ਨਗਨ ਗਨ ਤੇ ਦਮਕਾਵਾ। ਫਿਰ ਉਸ ਸੋਨੇ ਦੇ ਵਿੱਚ ਥਾਂ ਥਾਂ ਤੇ ਗੁਰ ਸਿੱਖਾਂ ਨੇ
ਬੜੇ ਮਹਿੰਗੇ ਮਹਿੰਗੇ ਹੀਰੇ ਜ਼ਵਾਰ ਆਦਿਕ ਵੀ ਜੜੇ ਹੋਏ ਸਨ। ਮਾਤ ਭਰਾਤ ਕੋ ਮਿਲ ਤਤਕਾਲਾ, ਜਾਣ ਦੇ ਮੌਕੇ ਪਹਿਲਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਮਹਾਰਾਜ ਨੇ ਆਪਣੀ ਮਾਤਾ ਨੂੰ ਵੀ ਮੱਥਾ ਟੇਕਿਆ ਔਰ ਬਾਬਾ ਧੀਰਮਲ ਜੀ ਦਾ ਵੀ ਬੜਾ ਸਤਿਕਾਰ ਕੀਤਾ ਹੈ। ਤੁਰੰਗ ਅਰੂਢ ਨ ਭਏ ਉਤਾਲਾ, ਉਸ ਵਕਤ ਦੀਨ ਦੁਨੀਆ ਦੇ ਮਾਲਕ ਘੋੜੇ ਦੇ ਉੱਪਰ ਅਸਵਾਰ ਹੋਣ ਦੇ ਲਈ ਤਿਆਰ ਹੋ ਗਏ ਹਨ। ਦੁੰਦਬ ਉੱਚੀ ਧੁਨ ਤੁਮਕਾਰਾ, ਜਿਹੜੇ ਢੋਲ ਨਗਾਰੇ ਬੜੀ ਉੱਚੀ ਧੁਨੀ ਦੇ ਨਾਲ ਵੱਜਣ ਲੱਗ ਪਏ ਹਨ। ਚੜਨ ਗੁਰੂ ਸਭ ਕੇ ਸਰੁਤ ਡਾਰਾ, ਇਹ ਜਿਹੜੀ ਆਵਾਜ਼ ਢੋਲਾਂ ਤੇ ਨਗਾਰਿਆਂ ਦੀ ਸਾਰਿਆਂ ਦੇ ਕੰਨਾਂ ਦੇ ਵਿੱਚ ਪਾ ਦਿੱਤੀ ਹੈ। ਜੋ ਵੀ ਮਹਾਰਾਜ ਦੇ ਚਰਨਾਂ 'ਚ ਦਾਸ ਦਾਸੀਆਂ ਜੋਧੇ ਸੂਰਮੇ ਰਿਆ ਕਰਦੇ ਸੀ, ਉਹਨਾਂ ਦੇ ਕੰਨਾਂ ਦੇ ਵਿੱਚ ਜਦੋਂ ਇਹ ਆਵਾਜ਼ ਪੈ ਚੁੱਕੀ ਹੈ, ਚਮੋ ਤਿਆਰ ਤਤ ਛਿਨ ਹੋਈ ਆਈ, ਉਸ ਵਕਤ 2200 ਕੋੜ ਸਵਾਰ ਜੋਧਾ ਸੂਰਮਾ ਉਹ ਵੀ ਤਿਆਰ ਹੋ ਗਿਆ ਹੈ। ਜਰੀ ਨਿਸ਼ਾਨ ਝੂਲਤ ਅਗਵਾਈ, ਅੱਗੇ ਅੱਗੇ ਹੋ ਜਾਏ ਜਿਹੜੇ ਜਰੀ ਦੇ ਬਸਤਰ ਦੇ ਨਾਲ ਬਣੇ ਹੋਏ ਵੱਡੇ ਵੱਡੇ ਝੰਡੇ ਪਕੜ ਕਰਕੇ ਸੇਵਾਦਾਰ ਜਾ ਰਹੇ ਹਨ। ਕੀਰਤਪੁਰ ਕੀ ਮਾਰਗ ਚਾਲੀ, ਸਤਿਗੁਰੂ ਮਹਾਰਾਜ ਸਾਹਿਬ ਜੀ ਮਹਾਰਾਜ ਲੈ ਕਰਕੇ ਆਪਣਾ ਬਹੁਤ ਵੱਡਾ ਵੀਰ ਕੀਰਤਪੁਰ ਦੇ ਵੱਲ ਚੱਲ ਪਏ ਹਨ। ਫਾਂਦਤ ਬੀਰਨ ਤੁਰੰਗ ਉਦਬਿਸਾਲੀ, ਰਾਹ ਦੇ ਵਿੱਚ ਜਿਹੜੇ ਗੁਰਸਿੱਖ ਸੂਰਮੇ ਬਹਾਦਰ ਆਪਣੇ ਘੋੜਿਆਂ ਨੂੰ ਬੜਾ ਨਚਾਉਂਦਿਆਂ ਟਪਾਉਂਦਿਆਂ ਹੋਇਆਂ ਲਿਜਾ ਰਹੇ ਹਨ। 22 ਸਹਿਸ ਸੈਨ ਸਮੁਦਾਈ, ਜਿਹੜੇ ਤਾਂ ਅੱਟੇ ਪੈਰ ਰਾਤ ਦਿਨ 2200 ਗੁਰਸਿੱਖ ਜੋਧਾ ਸੂਰਮਾ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਰਿਹਾ ਕਰਦਾ ਸੀ। ਚਲੀ ਧੂਲ ਚੜ ਨਭ ਪਰ ਛਾਈ, ਜਦੋਂ ਰਸਤੇ ਦੇ ਵਿੱਚ ਚੱਲੇ ਜਿਵੇਂ ਜਿਵੇਂ ਘੋੜਿਆਂ ਦੇ ਪੌੜ ਵੱਜਦੇ ਹਨ, ਆਕਾਸ਼ ਦੇ ਵਿੱਚ ਚਾਰੇ ਪਾਸੇ ਮਿੱਟੀ ਕੱਟਾ ਵੀ ਚੜ ਜਾਂਦਾ ਸੀ। ਉਲੰਘ ਪੰਥ ਕੀ ਕੋਸ ਕੀ ਤੀਕ, ਜਦੋਂ ਸਤਿਗੁਰੂ ਜੀ ਨੇ ਕਰਤਾਰਪੁਰ ਤੋਂ ਕਈ ਕੋ ਆਪਣਾ ਜਿਹੜਾ ਪੈਂਡਾ ਤੈਅ ਕਰ ਲਿਆ ਹੈ। ਉਤਰ ਪਰੀ ਪ੍ਰਭ ਜਲਦ ਵਿਵੇਕ, ਗਿਆਨ ਦੇ ਸਾਗਰ ਨੇ ਰਾਹ ਦੇ ਵਿੱਚ ਸੰਗਤਾਂ ਨੂੰ ਆਪਣਾ ਆਰਾਮ ਕਰਨ ਦੇ ਲਈ ਵਿਚਾਰ ਕੀਤੀ ਹੈ। ਸਕਲ ਬਹੀਰ ਸਿਬਰ ਕਹੋ ਕਾਲਾ, ਜਿਹੜਾ ਬਹੁਤ ਵੱਡਾ ਬਹੀਰ ਉਹ ਵੀ ਮਹਾਰਾਜ ਨੇ ਆਪਣੇ ਨਾਲ ਰਲਾ ਲਿਆ ਸੀ। ਤ੍ਰਿਨ ਕਾਸ਼ਟ ਕੋ ਸੰਚ ਉਤਾਲਾ, ਜਿਹੜੇ ਸੇਵਕ ਦਾਸ ਉਹ ਪਹਿਲਾਂ ਹੀ ਘੋੜਿਆਂ ਦੇ ਲਈ ਉਹਨਾਂ ਨੇ ਦਾਣਾ ਵੀ ਬਹੁਤ ਸਾਰਾ ਜਿਹੜਾ ਖੋਤ ਕਰਕੇ ਜਮ੍ਹਾਂ ਕਰ ਦਿੱਤਾ ਸੀ। ਖਾਨ ਪਾਨ ਕਰ ਨਿਸਾ ਬਿਤਾਈ, ਰਸਤੇ ਦੇ ਵਿੱਚ ਸਤਿਗੁਰੂ ਜੀ ਨੇ ਲੰਗਰ ਪਾਣੀ ਛਕ ਕੇ ਇੱਕ ਰਾਤ ਬਤੀਤ ਕੀਤੀ ਸੀ। ਸ਼ਰਮ ਨਿਰਵਾਰਿਓ ਬਸ ਤਿਸ ਥਾਈ, ਜਿਹੜਾ ਪਹਿਲਾਂ ਕਾਫੀ ਆਪਣਾ ਸਫ਼ਰ ਤੈਅ ਕੀਤਾ ਉਹਦੀ ਜਿਹੜੀ ਥਕਾਵਟ ਆਰਾਮ ਕਰਕੇ ਸਾਰਿਆਂ ਨੇ ਦੂਰ ਕਰ ਲਈ ਹੈ। ਸੌਚ ਇਸ਼ਨਾਨ ਪ੍ਰਾਤ ਕੋ ਕਰੀ, ਅੰਮ੍ਰਿਤ ਵੇਲੇ ਰੋਜ਼ਾਨਾ ਗੁਰ ਸਿੱਖ ਇਸ਼ਨਾਨ ਪਾਣੀ ਤਾਂ ਰੋਜ਼ਾਨਾ ਹੀ ਕਰਿਆ ਕਰਦੇ ਸੀ। ਤੋਰਨ ਜੀਨ ਤੁਰੰਗ ਪਰ ਧਰੀ, ਇਤੋਂ ਵੀ ਮਹਾਰਾਜ ਨੇ ਸੱਜ ਰਹੀ ਆਪਣੇ ਜਿਹੜੇ ਡੇਰੇ ਅੱਗੇ ਨੂੰ ਕੂਚ ਕਰ ਦਿੱਤੇ ਹਨ। ਤੰਗ ਐਂਚ ਤਬ ਕੀਨਸ ਤਿਆਰੀ, ਸਤਿਗੁਰੂ ਮਹਾਰਾਜ ਸਾਹਿਬ ਜੀ ਮਹਾਰਾਜ ਨੇ ਜਦੋਂ ਵੀ ਢੋਲ ਨਗਾਰੇ ਵਜਾਏ ਜਿਹੜੇ ਜੋਧੇ ਸੂਰਮੇ ਉਹਨਾਂ ਨੇ ਤੰਗ ਪਾ ਕਰਕੇ ਘੋੜਿਆਂ ਦੇ ਥੱਲੋਂ ਦੀ ਕਾਠੀਆਂ ਨੂੰ ਕੱਸ ਦਿੱਤਾ ਸੀ। ਗੁਰੂ ਚਹੀ ਸਿਵਕਾ ਸਵਾਰੀ, ਇੱਥੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਮਹਾਰਾਜ ਫਿਰ ਪਾਲਕੀ ਦੇ ਵਿੱਚ ਸਵਾਰ ਹੋ ਗਏ ਹਨ। ਤਤ ਛਨ ਆਏ ਅਰੂਢਤ ਪਈ, ਜਿਹੜਾ ਘੋੜਾ ਉਹ ਤਾਂ ਸੇਵਾਦਾਰ ਨੂੰ ਪਕੜਾ ਦਿੱਤਾ ਸੀ। ਆਪ ਸਤਿਗੁਰੂ ਸੱਚੇ ਪਾਤਸ਼ਾਹ ਪਾਲਕੀ ਦੇ ਵਿੱਚ ਚੜ ਕਰਕੇ ਬੈਠ ਗਏ ਹਨ। ਚਮੋ ਸਹਿਤ ਮਗ ਗਮਨਤ ਪਈ, ਪਿੱਛੇ ਪਿੱਛੇ ਜੋਧੇ ਸੂਰਮੇ ਉਹ ਵੀ ਆਪਣੇ
ਘੋੜਿਆਂ ਤੇ ਚੜ ਕਰਕੇ ਆ ਰਹੇ ਹਨ। ਇਮ ਦਿਨ ਪ੍ਰਤ ਸ੍ਰੀ ਸਤਿਗੁਰ ਚਾਲੀ। ਇਹੋ ਸਤਿਗੁਰੂ ਆ ਰਾਏ ਸਾਹਿਬ ਜੀ ਮਹਾਰਾਜ ਦਿਨ ਦੇ ਮੌਕੇ ਬਹੁਤ ਥੋੜ੍ਹਾ ਜਿਹਾ ਹੀ ਆਪਣਾ ਜਿਹੜਾ ਸਫ਼ਰ ਬਕਾਇਆ ਕਰਦੇ ਸੀ ਵੀ ਆ ਜਿਹੜੇ ਭੀੜ ਦੇ ਵਿੱਚ ਬੱਚੇ ਵੀ ਨੇ, ਬਜ਼ੁਰਗ ਵੀ ਨੇ, ਬਹੁਤ ਸਾਰੀਆਂ ਬੀਬੀਆਂ, ਇਹਨਾਂ ਨੂੰ ਕਿਤੇ ਥਕਾਵਟ ਨਾ ਹੋ ਜਾਏ। ਸਾਰਿਆਂ ਦਾ ਸਤਿਗੁਰੂ ਆ ਰਾਏ ਸਾਹਿਬ ਜੀ ਮਹਾਰਾਜ ਬੜਾ ਖਿਆਲ ਰੱਖਿਆ ਕਰਦੇ ਸਨ। ਪੰਥ ਉਲੰਘ ਗਏ ਜਿਸ ਕਾਲੀ। ਜਦੋਂ ਆਪਣਾ ਕਾਫੀ ਰਸਤਾ ਤੈਅ ਕਰ ਲਿਆ ਸੀ, ਪੁੰਨ ਸਤੁਦਰਬ ਸਲਤਾ ਅਗਵਾਈ। ਚਲਦਿਆਂ ਗਏ ਬਹੁਤ ਵੱਡਾ ਸਤਲੁਜ ਦਰਿਆ ਆ ਗਿਆ ਹੈ। ਗਨ ਜਲ ਜੰਤੁਨ ਕੀ ਜੁਤ ਆਈ। ਜਿਸ ਦਰਿਆ ਦੇ ਵਿੱਚ ਤਾਂ ਉਹਨਾਂ ਸਮਿਆਂ 'ਚ ਬਹੁਤ ਵੱਡੇ ਵੱਡੇ ਜੀਵ ਜੰਤੂ ਆਮ ਤੌਰ 'ਤੇ ਹੀ ਹੋਇਆ ਕਰਦੇ ਸਨ। ਸਿਰੇ ਉਤਰ ਕਰ ਤੀਰ ਕਿਰਪਾਲਾ। ਸਤਿਗੁਰੂ ਆ ਰਾਏ ਸਾਹਿਬ ਜੀ ਮਹਾਰਾਜ ਨੇ ਇਸ ਥਾਂ 'ਤੇ ਪੱਤਣ ਨੂੰ ਪਾਰ ਕਰਨ ਦੇ ਲਈ ਬੇੜੀਆਂ ਦਾ ਪ੍ਰਬੰਧ ਕਰਵਾ ਲਿਆ ਸੀ। ਕੇਵਟ ਕੋ ਹਕਾਰ ਤਤਕਾਲਾ। ਜਿਹੜੇ ਮਲਾਹ ਵਿਚਾਰੇ ਆਪਣੇ ਬਾਲ ਬੱਚਿਆਂ ਦੀ ਪਾਲਣਾ ਕਰਨ ਦੇ ਲਈ ਬੇੜੀਆਂ ਵੱਡੇ ਵੱਡੇ ਦਰਿਆਵਾਂ ਦੇ ਪੱਤਣਾਂ 'ਤੇ ਜਿਨ੍ਹਾਂ ਨੇ ਪਾਈਆਂ ਹੋਈਆਂ ਸਨ। ਸੁੰਦਰ ਨਈ ਨਉ ਅਨਵਾਈ। ਸਤਿਗੁਰੂ ਆ ਰਾਏ ਸਾਹਿਬ ਜੀ ਮਹਾਰਾਜ ਦੇ ਲਈ ਤਾਂ ਬਹੁਤ ਜਿਹੜੀ ਸ਼ਾਹੀ ਬੇੜੀ ਸੁੰਦਰ ਉਹ ਮਲਾਹ ਨੇ ਲਿਆ ਕਰਕੇ ਹਾਜ਼ਰ ਕਰ ਦਿੱਤੀ ਹੈ। ਪ੍ਰਭ ਅਰੂੜ ਜਲ ਪਰ ਚਲਵਾਈ। ਸਤਿਗੁਰੂ ਸੱਚੇ ਪਾਤਸ਼ਾਹ ਉਸ ਬੇੜੀ ਦੇ ਵਿੱਚ ਹੋ ਕਰਕੇ ਸਵਾਰ ਅੱਗੇ ਨੂੰ ਚੱਲ ਪਏ ਹਨ। ਪਰਲੇ ਪਾਰ ਉਤਰ ਥਿਰ ਹੋਈ। ਪਾਰਲੇ ਕਿਨਾਰੇ ਤੇ ਜਾ ਕਰਕੇ ਮਹਾਰਾਜ ਬੇੜੀ ਤੋਂ ਥੱਲੇ ਉਤਰ ਆਏ ਸੀ। ਪੁੰਨ ਚੜ ਚਮੂ ਆਏ ਸਭ ਕੋਈ। ਮੌਲਾ ਨੇ ਵੱਡੀਆਂ ਵੱਡੀਆਂ ਬੇੜੀਆਂ ਦੇ ਵਿੱਚ ਸੈਨਾ ਨੂੰ ਵੀ ਚਾੜ ਕਰਕੇ ਦੂਸਰੇ ਕਿਨਾਰੇ ਤੇ ਪਹੁੰਚਾ ਦਿੱਤਾ ਹੈ। ਗੁਰੂ ਅਰੂੜਤ ਚਲੇ ਅਗਾਰੀ। ਆਪ ਸਤਿਗੁਰੂ ਜੀ ਵੀਰ ਤੋਂ ਥੋੜਾ ਥੋੜਾ ਅੱਗੇ ਨੂੰ ਚੱਲ ਪਏ ਹਨ। ਸੋ ਪਟ ਸਗਲ ਗਮਨਤ ਪਿਛਾਰੀ। ਪਿੱਛੇ ਪਿੱਛੇ ਜੋਧੇ ਸੂਰਮੇ ਆਪੋ ਆਪਣੇ ਘੋੜਿਆਂ ਨੂੰ ਬੜੀਆਂ ਲਾਈਨਾਂ ਦੇ ਵਿੱਚ ਹੀ ਤੋਰਿਆ ਕਰਦੇ ਸੀ। ਕੀਰਤਪੁਰ ਸੁਧਗੀ ਸਭ ਪਬਨੋ। ਉਹ ਤਰ੍ਹਾਂ ਮਹਾਰਾਜ ਦੇ ਆਉਣ ਦੀ ਖਬਰ ਹੈ ਪਹਿਲਾਂ ਹੀ ਕੀਰਤਪੁਰ ਦੇ ਵਿੱਚ ਪਹੁੰਚ ਗਈ ਹੈ। ਕਿਰਪਾ ਨਿਦਾਨ ਪ੍ਰਭੂ ਆਗਵਨੂ। ਪਤਾ ਲੱਗ ਗਿਆ ਨਗਰ ਨਿਵਾਸੀਆਂ ਨੂੰ ਵੀ ਕਿਰਪਾ ਦੇ ਖਜ਼ਾਨੇ, ਦਇਆ ਦੇ ਸਾਗਰ ਸਤਿਗੁਰੂ ਆ ਰਾਏ ਸਾਹਿਬ ਜੀ ਮਹਾਰਾਜ ਬੇਰੋਸੇ ਤਰ੍ਹਾਂ ਕਰਤਾਰਪੁਰ ਤੋਂ ਵਾਪਸ ਮੁੜ ਆਏ ਹਨ। ਸੁਨ ਸੁਨ ਮੰਗਲ ਨਾਨਾ ਸਾਜੀ। ਸੁਣ ਕਰਕੇ ਸੰਗਤਾਂ ਨੇ ਥਾਂ ਥਾਂ 'ਤੇ ਬੜੇ ਆਪਣੇ ਮੰਗਲਾਚਾਰ ਕਰਨੇ ਸ਼ੁਰੂ ਕਰ ਦਿੱਤੇ ਹਨ। ਨੌਬਤਪੁਰੀ ਪੌਰ ਪਰ ਬਾਜੈ। ਜਿਹੜਾ ਹੈ ਨਗਰ ਦਾ ਵੱਡਾ ਦਰਵਾਜ਼ਾ, ਉਹਦੇ ਅੱਗੇ ਛੋਟੀ ਜੀ ਹੈ ਜਿਹੜੀ ਖੁਸ਼ੀ ਦੀ ਸੂਚਕ ਹੋਇਆ ਕਰਦੀ ਹੈ, ਉਹ ਨੌਬਤ ਵੱਜਣ ਲੱਗ ਪਈ ਸੀ। ਧੂਪ ਤੁਖਾਵਤ ਫੂਲਨ ਮਾਲਾ। ਸੰਗਤਾਂ ਨੇ ਥਾਂ ਥਾਂ 'ਤੇ ਵੱਡੀਆਂ ਵੱਡੀਆਂ ਆ ਫੁੱਲਾਂ ਦੀਆਂ ਮਾਲਾ ਬਣਾ ਕਰਕੇ ਲਕਟਾ ਦਿੱਤੀਆਂ ਹਨ। ਕਈ ਇਹੋ ਜਿਹੀਆਂ ਖੁਸ਼ਬੂਦਾਰ ਧੂਪਾਂ ਗਲੀਆਂ ਔਰ ਬਾਜ਼ਾਰਾਂ ਦੇ ਵਿੱਚ ਦਿਖਾਉਣ ਲੱਗ ਪਏ ਹਨ। ਗਰੀ ਮਾਰਜਨ ਕਰੀ ਵਿਸਾਲਾ। ਪ੍ਰੇਮੀਆਂ ਨੇ ਵੱਡੇ ਵੱਡੇ ਜਿਹੜੇ ਬਾਜ਼ਾਰ ਗਲੀਆਂ ਦੀ ਸਫਾਈ ਕਰ ਦਿੱਤੀ ਹੈ। ਕਰ ਚਿਰਕਾਵਨ ਧੂਰ ਦਬਾਈ। ਜਿੱਥੇ ਕੋਈ ਗੁਰਸਿੱਖਾਂ ਨੂੰ ਪਤਾ ਲੱਗਿਆ ਵੀ ਇੱਥੇ ਕੱਚਾ ਰਸਤਾ ਹੈ, ਰੇਤਾ ਹੋਣ ਦੇ ਕਾਰਨ ਤੋੜ ਪੜ ਜਾਏਗੀ, ਉੱਥੇ ਉਹਨਾਂ ਨੇ ਤੋੜ ਨੂੰ ਮਿੱਟੀ ਕੱਟੇ ਨੂੰ ਦਬਾਉਣ ਦੇ ਲਈ ਪਾਣੀ ਦਾ ਚੰਗੀ ਤਰ੍ਹਾਂ ਛਿੜਕਾ ਕਰਵਾ ਦਿੱਤਾ ਸੀ। ਪੰਚਾਮ੍ਰਿਤ ਹੋਵਤ ਸਮੁਦਾਈ। ਗੁਰ ਸਿੱਖਾਂ ਨੇ ਆਪੋ ਆਪਣੇ ਘਰਾਂ ਦੇ ਵਿੱਚ ਬੜਾ ਖੁੱਲ੍ਹਾ ਕੜਾ ਪ੍ਰਸ਼ਾਦ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਸਭ ਕੇ ਉਰ ਆਨੰਦ ਭਰ ਆਈ। ਮਹਾਰਾਜ ਦੇ ਆਉਣ ਦਾ ਜਦੋਂ ਪਤਾ ਲੱਗਿਆ ਸਾਰਿਆਂ ਦੇ ਮਨ ਦੇ ਅੰਦਰ ਬੜਾ ਆਨੰਦ
ਬੜਾ ਖੇੜਾ ਵੱਧ ਚੁੱਕਿਆ ਸੀ। ਦਰਸ਼ਨ ਕੋ ਹੀਰੇ ਲਲਚਾਈ। ਸਾਰਿਆਂ ਦੇ ਜਿਹੜੇ ਮਨ, ਸਾਰਿਆਂ ਦੇ ਜਿਹੜੇ ਹਿਰਦੇ ਸਤਿਗੁਰੂ ਮਹਾਰਾਜ ਸਾਹਿਬ ਜੀ ਮਹਾਰਾਜ ਦਾ ਦੀਦਾਰ ਕਰਨ ਦੇ ਲਈ ਲਲਚਾ ਰਹੇ ਹਨ। ਸ਼੍ਰੀ ਹਰਿ ਕ੍ਰਿਸ਼ਨ ਸਦਾਸ ਅਗਾਊ। ਇਸੇ ਤਰ੍ਹਾਂ ਬਾਲਾ ਪ੍ਰੀਤਮ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ ਸੇਵਕਾਂ ਦਾਸਾਂ ਨੇ ਆਪਣੀ ਗੋਦ ਦੇ ਵਿੱਚ ਚੁੱਕਿਆ ਹੋਇਆ ਸੀ। ਮਿਲੇ ਨਿਮੇ ਨਰ ਗਨ ਧਰ ਪਾਉ। ਮਹਾਰਾਜ ਦੇ ਅੱਗੇ ਵੀ ਸੰਗਤਾਂ ਬੜੇ ਪਿਆਰ ਦੇ ਨਾਲ ਆਪਣਾ ਸੀਸ ਝੁਕਾਇਆ ਕਰਦੀਆਂ ਸਨ। ਬੂਝੀ ਕੁਸ਼ਲ ਗੁਰੂ ਸਭ ਹਿਨ ਕੀ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨਗਰ ਦੇ ਵਿੱਚ ਪ੍ਰਵੇਸ਼ ਕਰ ਗਏ ਹਨ, ਜਿਹੜਾ ਵੀ ਕੋਈ ਪ੍ਰੇਮੀ ਆ ਕਰਕੇ ਮੱਥਾ ਟੇਕਦਾ ਹੈ, ਸਾਰਿਆਂ ਨੂੰ ਆਪ ਦੇਣਾ ਦੁਨੀਆ ਦੇ ਮਾਲਕ ਨੇ ਰਾਜੀ ਖੁਸ਼ੀ ਦੇ ਬਾਰੇ ਪੁੱਛਿਆ ਸੀ। ਕਰੀ ਬਤਾਬਨ ਤਿੰਨ ਤਨ ਮਨ ਕੀ। ਸਿਆਣੇ ਸਿਆਣੇ ਗੌਰ ਸਿੱਖ ਆਪਣੇ ਵੱਲੋਂ ਉਸੇ ਤਰ੍ਹਾਂ ਅਰਦਾਸ ਬੇਨਤੀ ਕਰਦਿਆਂ ਹੋਇਆਂ ਬਾਲ ਬੱਚੇ ਦੀ ਰਾਜੀ ਖੁਸ਼ੀ ਦੱਸ ਦਿੰਦੇ ਹਨ। ਸੁੰਦਰ ਸਦਨਾ ਬਿਰਾਜੇ ਜਾਈ। ਸਤਿਗੁਰੂ ਜੀ ਆਪਣੇ ਬੜੇ ਸੋਹਣੇ ਮੰਦਰਾਂ ਦੇ ਵਿੱਚ ਪਹੁੰਚ ਗਏ ਹਨ। ਔਰ ਜਨ ਪਰਵਾਰੀ ਸਮੁਦਾਈ। ਨਗਰ ਨਿਵਾਸੀਆਂ ਨੇ ਮਹਾਰਾਜ ਨੂੰ ਚਾਰੇ ਪਾਸਿਆਂ ਤੋਂ ਬੜਾ ਘੇਰਾ ਪਾ ਲਿਆ ਸੀ। ਬੜਾ ਜਿਹੜਾ ਸੰਗਤਾਂ ਦਾ ਇਕੱਠ ਦੂਰੋਂ ਦੂਰੋਂ ਜੋੜ ਚੁੱਕਿਆ ਸੀ। ਜਿੱਥੇ ਮਹਾਰਾਜ ਦੇ ਲਈ ਸੇਵਕਾਂ ਦਾਸਾਂ ਨੇ ਬਹੁਤ ਸੋਹਣਾ ਪਲੰਗਾ ਤਿਆਰ ਕੀਤਾ ਹੋਇਆ ਹੈ। ਆਏ ਤੇ ਹਾਬਲ ਬਹੁ ਵਰਤਾਇਓ। ਸਤਿਗੁਰੂ ਜੀ ਉਸ ਸੋਹਣੇ ਪਲੰਗੇ ਦੇ ਉੱਪਰ ਸਜ ਕਰਕੇ ਬੈਠ ਗਏ ਨੇ। ਜਿਹੜਾ ਕੋਈ ਪ੍ਰੇਮੀ ਕੜਾ ਪ੍ਰਸ਼ਾਦ ਬਣਾ ਕਰਕੇ ਲਿਆਇਆ, ਨਾਲ ਦੀ ਨਾਲ ਫਿਰ ਉਹਨੂੰ ਸੰਗਤਾਂ ਦੇ ਵਿੱਚ ਵਰਤਾਉਣ ਲੱਗ ਪਏ ਹਨ। ਸਭਨ ਆਨੰਦ ਕਰੇ ਮੁਖ ਪਾਇਓ। ਸਾਰਿਆਂ ਨੇ ਬੜੇ ਆਨੰਦ ਸਹਿਤ ਕੜਾ ਪ੍ਰਸ਼ਾਦ ਆਪਣੇ ਮੁਖ ਦੇ ਵਿੱਚ ਪਾ ਲਿਆ ਸੀ। ਸੋਢੀ ਸੂਰਜ ਮਲ ਤੇ ਆਦ। ਇਸੇ ਤਰ੍ਹਾਂ ਬਾਬਾ ਸੂਰਜ ਮਲ ਜੀ ਉਹਨਾਂ ਨੇ ਵੀ ਆ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਕੀਤਾ ਸੀ। ਮਿਲੇ ਆਈ ਧਰ ਧਰ ਅਹਿਲਾਦ। ਹੋਰ ਵੀ ਬਹੁਤ ਸਾਰੇ ਸੋਢੀ ਸਾਹਿਬਜ਼ਾਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਦੀਦਾਰ ਕਰਨ ਦੇ ਲਈ ਪਹੁੰਚ ਗਏ ਹਨ। ਜਤਾ ਜੋਗ ਸ੍ਰੀ ਗੁਰ ਸਤਕਾਰੀ। ਸਤਿਗੁਰੂ ਮਹਾਰਾਜ ਸਾਹਿਬ ਜੀ ਮਹਾਰਾਜ ਭਾਵੇਂ ਉਮਰ ਦਾ ਤਾਂ ਹੈ ਥੋੜੀ ਜੀ ਘੱਟ, ਪਰ ਫਿਰ ਵੀ ਆਪਣੇ ਵੱਲੋਂ ਸਾਰੇ ਸਾਹਿਬਜ਼ਾਦਿਆਂ ਦਾ ਬੜਾ ਮਾਣ ਕਰਿਆ ਕਰਦੇ ਸੀ। ਕੇਤਕ ਸਮੈ ਤੇਰ ਸਦਨ ਸਿਧਾਰੀ। ਕੁਝ ਕੁ ਟਾਈਮ ਮਹਾਰਾਜ ਨੇ ਸੋਹਣੇ ਮੰਦਰਾਂ ਦੇ ਵਿੱਚ ਬੈਠ ਕਰਕੇ ਬਤੀਤ ਕੀਤਾ ਸੀ। ਸ਼੍ਰੀ ਹਰਿ ਕ੍ਰਿਸ਼ਨ ਉਛੰਗ ਸੁਹਾਈ। ਆਪਣੇ ਛੋਟੇ ਲਾਲ ਨੂੰ ਮਹਾਰਾਜ ਨੇ ਗੋਦ ਦੇ ਵਿੱਚ ਬਿਠਾ ਕਰਕੇ ਬੜਾ ਲਾਡ ਪਿਆਰ ਬਖਸ਼ਿਆ ਸੀ। ਬੰਦੇ ਹੈ ਸੋ ਭੱਟ ਹੀਰ ਸਮੁਦਾਈ। ਜਿਹੜੇ ਯੋਧੇ ਸੂਰਮੇ ਉਹਨਾਂ ਨੇ ਵੀ ਆਪੋ ਆਪਣੀ ਬਾਰੀ ਦੇ ਮੁਤਾਬਕ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰ ਲਈ ਹੈ। ਨਿਜ ਥਲ ਤਿਰਤਾ ਕਰਨ ਨਿਹਾਰੀ। ਜਿਹੜੇ ਸੇਵਕ ਦਾਸ ਮਸੰਦ ਆਪੋ ਆਪਣੇ ਡੇਰਿਆਂ ਦੇ ਵਿੱਚ ਪਹੁੰਚ ਗਏ ਹਨ। ਗੁਣ ਗਨ ਧੀਰਜ ਆਦ ਉਦਾਰੀ। ਜਿਨ੍ਹਾਂ ਗੁਰ ਸਿੱਖਾਂ ਦੇ ਮਨ ਦੇ ਅੰਦਰ ਬੜੇ ਹੋ ਜਾਏ ਸ਼ੋਭ ਗੁਣ ਸਤ ਸੰਤੋਖ ਧੀਰਾ ਜਾਦਕ ਪੈਦਾ ਹੋ ਚੁੱਕੇ ਹਨ। ਭਇਓ ਸਪੂਤ ਪਰਮ ਪ੍ਰਪਿਤ ਕੋ। ਇਹੋ ਜਿਹੇ ਸਾਹਿਬਜ਼ਾਦੇ ਸਤਿਗੁਰੂ ਜੀ ਦੇ ਮਹਿਲਾਂ ਦੇ ਵਿੱਚ ਬਾਲਾ ਪ੍ਰੀਤਮ ਸਤ ਸੰਤੋਖ ਔਰ ਧੀਰਜ ਨੂੰ ਧਾਰਨ ਕਰਨ ਵਾਲੇ ਪ੍ਰਗਟ ਹੋ ਚੁੱਕੇ ਹਨ। ਕਰਤਾ ਸਿੱਖ ਸੰਗਤ ਕੀ ਹਿਤ ਕੋ। ਸਤਿਗੁਰੂ ਜੀ ਤਾਂ ਹਮੇਸ਼ਾ ਵਾਸਤੇ ਆਪਣੇ ਪਿਆਰਿਆਂ ਦਾ ਭਲਾ ਹੀ ਕਰਿਆ ਕਰਦੇ ਹਨ। ਬਸਤ ਭਈ ਕੀਰਤਪੁਰ ਆਈ। ਸਤਿਗੁਰੂ ਜੀ ਕਰਤਾਰਪੁਰ ਤੋਂ ਚੱਲ ਕਰਕੇ ਫਿਰ ਕੀਰਤਪੁਰ ਇਸ ਪਾਵਨ
ਨਗਰ ਦੇ ਵਿੱਚ ਵਸਣ ਲੱਗ ਪਏ ਹਨ। ਸਪਤਮ ਸ਼ਾਹੋ ਗੁਰੂ ਹਰਿ ਰਾਈ। ਜੋ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਨੋ ਆਪਣਾ ਇਹ ਸਤਵਾਂ ਸਰੂਪ ਸੰਗਤਾਂ ਦੇ ਉਧਾਰ ਵਾਸਤੇ ਧਾਰਨ ਕੀਤਾ ਹੋਇਆ ਹੈ। ਦੋਹਰਾ ਸ੍ਰੀ ਸਤਿਗੁਰ ਹਰਿ ਰਾਈ ਜੀ ਇਸ ਵਿਧ ਸਮਾਂ ਬਿਤਾਈ। ਇਹ ਸਤਿਗੁਰੂ ਜੀ ਨੇ ਇੱਥੇ ਵੀ ਆ ਕਰਕੇ ਜਿਹੜਾ ਨਾਮ ਔਰ ਬਾਣੀ ਦਾ ਉਪਦੇਸ਼ ਸੰਗਤਾਂ ਨੂੰ ਉਸੇ ਤਰ੍ਹਾਂ ਦੇਣਾ ਆਰੰਭ ਕਰ ਦਿੱਤਾ ਹੈ। ਸਿੱਖਨ ਕੋ ਸੁਖ ਦੀਤ ਹੈ ਦੁਸ਼ਟਨ ਦੁਖ ਸਮੁਦਾਈ। ਜਿਹੜੇ ਨੇ ਗੁਰੂ ਘਰ ਦੇ ਦੁਖੀ ਪਾਪੀ ਜ਼ਾਲਮ ਉਹਨਾਂ ਦੇ ਮਨ ਦੇ ਵਿੱਚ ਤਾਂ ਤੇਜ ਪ੍ਰਤਾਪ ਦੇ ਕਰਕੇ ਬੜਾ ਦੁੱਖ ਪੈਦਾ ਹੋ ਜਾਂਦਾ ਹੈ। ਪਰ ਜਿਹੜੇ ਨੇ ਸ਼ਰਧਾਲੂ ਪ੍ਰੇਮੀ ਉਹਨਾਂ ਨੂੰ ਮਹਾਰਾਜ ਦੇ ਚਰਨਾਂ 'ਚੋਂ ਬੜੇ ਸੁੱਖ ਪ੍ਰਾਪਤ ਹੋ ਰਹੇ ਹਨ। ਚੌਪਈ ਏਕ ਦਿਵਸ ਮਹਿ ਕਿਰਪਾ ਨਿਧਾਨਾ। ਇੱਕ ਦਿਨ ਦਾ ਜ਼ਿਕਰ ਜਦੋਂ ਕਿਰਪਾ ਦੇ ਖਜ਼ਾਨੇ ਸਤਿਗੁਰੂ ਹਰਿ ਸਾਹਿਬ ਜੀ ਮਹਾਰਾਜ ਬੈਠੇ ਰੋਚਰ ਪਰਿਅੰਕ ਮਹਾਨਾ। ਆਪਣੇ ਬੜੇ ਸੁੰਦਰ ਪਲੰਗੇ ਦੇ ਉੱਪਰ ਬੈਠੇ ਹਨ। ਸਮੋ ਆਰਾਮ ਕਰਨ ਕੋ ਜਾਨੀ। ਜਦੋਂ ਮਹਾਰਾਜ ਨੇ 12 ਕੁ ਵਜੇ ਤੋਂ ਬਾਅਦ ਆਪਣਾ ਇਹ ਆਰਾਮ ਕਰਨ ਦਾ ਟਾਈਮ ਜਾਣ ਲਿਆ ਸੀ। ਔਡ ਗਈ ਸੁਪਤੀ ਸੁਖ ਸਾਨੀ। ਆਪ ਸਤਿਗੁਰੂ ਜੀ ਥੋੜਾ ਜਿਹਾ ਪਲੰਗੇ ਦੇ ਉੱਪਰ ਆਰਾਮ ਕਰਨ ਲੱਗ ਪਏ ਹਨ। ਸੂਖਮ ਬਸਤਰ ਉਪਰੀ ਤਾਨਾ। ਜਿਸਮ ਦੇ ਉੱਪਰ ਬਹੁਤ ਸੂਖਮ ਤੇ ਹਲਕਾ ਜਿਹੜਾ ਬਸਤਰ ਮਹਾਰਾਜ ਨੇ ਧਾਰਨ ਕੀਤਾ ਹੋਇਆ ਸੀ। ਕੁਛ ਸਿੱਖ ਹੋਤੀ ਅਲਪ ਤਿਸ ਤਾਨਾ। ਉਸ ਵਕਤ ਮਹਾਰਾਜ ਦੇ ਪਾਸ ਥੋੜੇ ਜਿਹੇ ਗਿਣਤੀ ਦੇ ਜਿਹੜੇ ਗੌਰ ਸਿੱਖ ਹਾਜ਼ਰ ਸਨ। ਕੇਤਕ ਸਮੋ ਜਬ ਏਬ ਬਿਤਾਈ। ਜਦੋਂ ਮਹਾਰਾਜ ਨੇ ਅਜੇ ਆਰਾਮ ਕਰਨ ਲੱਗਿਆ ਥੋੜਾ ਜਿਹਾ ਹੀ ਟਾਈਮ ਬਤੀਤ ਕੀਤਾ ਸੀ। ਕਿਸੋ ਦੇਸ਼ ਤੇ ਦੋਏ ਸਿੱਖ ਆਈ। ਉਧਰੋਂ ਕਿਸੇ ਦੇਸ਼ ਦੇ ਵਿੱਚੋਂ ਦੋ ਪ੍ਰੇਮੀ ਮਹਾਰਾਜ ਦਾ ਦਰਸ਼ਨ ਕਰਨ ਵਾਸਤੇ ਆਪਣੇ ਇਲਾਕੇ ਚੋਂ ਤੁਰੇ ਹੋਏ ਸਨ। ਔਰ ਸ਼ਰਧਾ ਧਰ ਸ਼ਬਦ ਸੋ ਗਾਵਤ। ਇਹ ਦੋਵੇਂ ਗੌਰ ਸਿੱਖ ਮਨ ਦੇ ਅੰਦਰ ਬੜੀ ਸ਼ਰਧਾ ਭਾਵਨਾ ਨੂੰ ਧਾਰਨ ਕਰਦਿਆਂ ਹੋਇਆਂ ਰਸਨਾ ਤੋਂ ਲਾਈ ਬਾਣੀ ਦੇ ਸ਼ਬਦਾਂ ਦਾ ਗਾਇਨ ਕਰਦੇ ਹੋਏ ਆ ਰਹੇ ਹਨ। ਬਹੁਤ ਪ੍ਰੇਮ ਸੁਨ ਮੇ ਉਪਜਾਵਤ। ਜਿਹੜਾ ਵੀ ਇਹਨਾਂ ਦੀ ਰਸਨਾ ਤੋਂ ਨਾ ਲਾਹੀ ਬਾਣੀ ਦਾ ਸ਼ਬਦ ਸੁਣਦਾ ਹੈ ਉਹਨਾਂ ਦੇ ਮਨ ਦੇ ਵਿੱਚ ਵੀ ਇਹੋ ਜਿਹਾ ਜਨ ਪ੍ਰੇਮ ਕੀਓ ਤੈਨ ਹੀ ਪ੍ਰਭ ਪਾਇਓ। ਪਰਮਾਤਮਾ ਨੂੰ ਭਗਵਾਨ ਦੇ ਮਿਲਣ ਦਾ ਜਿਹੜਾ ਪ੍ਰੇਮ ਐਟੋਮੈਟਿਕ ਆਪਣੇ ਆਪ ਹੀ ਪੈਦਾ ਹੋ ਜਾਂਦਾ ਸੀ। ਇਹੋ ਜਿਹੇ ਪਿਆਰ ਦੇ ਵਿੱਚ ਆ ਕਰਕੇ ਦੋਵੇਂ ਸ਼ਬਦਾਂ ਨੂੰ ਪੜ੍ਹਦੇ ਹੋਏ ਆ ਰਹੇ ਹਨ। ਸੁੰਦਰ ਸੁਰਤੀ ਰਾਗ ਬਸਾਵੇਂ। ਔਰ ਬਹੁਤ ਹੀ ਸੁੰਦਰ ਰਾਗ ਦੇ ਵਿੱਚ ਪਾ ਕਰਕੇ ਇਹਨਾਂ ਨੇ ਸ਼ਬਦ ਪੜ੍ਹਨੇ ਸ਼ੁਰੂ ਕੀਤੇ ਹੋਏ ਸਨ। ਗਨ ਸੰਗਤ ਕੋ ਗਾਏ ਰਿਝਾਵੇਂ। ਐਸੇ ਤਰ੍ਹਾਂ ਸੰਗਤਾਂ ਨੂੰ ਵੀ ਜਦੋਂ ਨਾ ਇਹਨਾਂ ਨੇ ਸ਼ਬਦ ਸੁਣਾਉਣੇ ਉਹਨਾਂ ਦੇ ਮਨ ਦੇ ਵਿੱਚ ਵੀ ਬੜੀ ਖੁਸ਼ੀ ਤੇ ਬੜਾ ਆਨੰਦ ਸੁਣਦੇ ਨਾਲ ਪੈਦਾ ਹੋ ਜਾਂਦਾ ਸੀ। ਦਰਸ਼ਨ ਹਿਤ ਆਏ ਦਰਬਾਰ। ਇਹ ਦੋਵੇਂ ਬਦੈ ਦੇ ਵਿੱਚੋਂ ਚੱਲ ਕਰਕੇ ਜਦੋਂ ਮਹਾਰਾਜ ਦੇ ਦਰਬਾਰ ਦੇ ਵਿੱਚ ਪਹੁੰਚ ਗਏ ਹਨ। ਸੁਪਤੇ ਜਾਣੈ ਗੁਰੂ ਉਦਾਰ। ਪਰ ਜਦੋਂ ਇਹਨਾਂ ਪ੍ਰੇਮੀਆਂ ਨੂੰ ਸੇਵਕਾਂ ਦਾਸਾਂ ਤੋਂ ਪਤਾ ਲੱਗਿਆ ਵੀ ਇਸ ਵਕਤ ਸਤਿਗੁਰੂ ਜੀ ਤਾਂ ਆਪਣੇ ਸੁੰਦਰ ਪਲੰਗੇ ਦੇ ਉੱਪਰ ਆਰਾਮ ਕਰਨ ਲੱਗ ਪਏ ਹਨ। ਔਰ ਮੈਂ ਕਰੈ ਵਿਚਾਰ ਵਿਸਾਲਾ। ਇਹ ਸੁਣ ਕਰਕੇ ਗੁਰਮੁਖਾਂ ਦੇ ਮਨ ਦੇ ਵਿੱਚ ਬੜੀਆਂ ਇਹੋ ਜਿਹੀਆਂ ਜਿਹੜੀਆਂ ਵਿਚਾਰਾਂ ਪੈਦਾ ਹੋਣ ਲੱਗ ਪਈਆਂ ਹਨ। ਗਾਵਹਿ ਸ਼ਬਦ ਕਿ ਨਹਿ ਇਸ ਕਾਲਾ। ਸੋਚਣ ਲੱਗ ਪਏ ਦੋਵੇਂ ਗੁਰ ਸਿੱਖ ਵਿਚਾਰੇ ਵੀ ਸਤਿਗੁਰੂ ਜੀ ਤਾਂ ਹੁਣ ਪਲੰਗੇ ਦੇ ਉੱਪਰ ਥੋੜਾ ਜਿਹਾ ਆਰਾਮ ਕਰਨ ਲੱਗ ਪਏ ਹਨ। ਅਸੀਂ ਸ਼ਬਦ ਪੜ੍ਹੀਏ ਜਾਂ ਨਾ ਪੜ੍ਹੀਏ
ਜੈ ਸ਼ਬਦਾਂ ਦੀ ਧੁਨੀ ਸਤਿਗੁਰੂ ਜੀ ਦਾ ਕਿਤੇ ਕੰਨ ਦੇ ਵਿੱਚ ਪੈ ਗਈ ਤੇ ਮਹਾਰਾਜ ਨੇ ਫਿਰ ਉਸ ਸਮੇਂ ਜਾਗ ਪੈਣਾ। ਜਦੋਂ ਪਤਾ ਲੱਗਿਆ ਬੜੀਆਂ ਹੋ ਜੀਆਂ ਵਿਚਾਰਾਂ ਇਹ ਦੋਵੇਂ ਹੀ ਕਰਨ ਲੱਗ ਪਏ ਹਨ। ਸੁਨ ਧੁਨ ਜਗ ਹੈ ਕੁਪ ਹੈ ਨਾਹੀ। ਸੋਚਿਆ ਵੀ ਕਿਤੇ ਸ਼ਬਦਾਂ ਦੀ ਆਵਾਜ਼ ਸੁਣ ਕਰਕੇ ਮਹਾਰਾਜ ਸਾਡੇ ਉੱਪਰ ਨਾਰਾਜ਼ ਹੀ ਨਾ ਹੋਣ ਵੀ ਤੁਸੀਂ ਆ ਕਰਕੇ ਆ ਸਾਡੀ ਨੀਂਦ ਦੇ ਵਿੱਚ ਭੰਗੜਾ ਪਾ ਦਿੱਤੀ ਹੈ। ਹਮਰੀ ਨਿੰਦਰਾ ਇਨ ਉਚਟਾਈ। ਇਹਨਾਂ ਨੇ ਸ਼ਬਦ ਉਚਾਰਨ ਕਰਕੇ ਸਾਡੀ ਤਾਂ ਇਹ ਨੀਂਦ ਹੀ ਉਚਾਟ ਕਰ ਦਿੱਤੀ ਹੈ। ਕਹਿ ਪਰਸ ਪਰ ਸਤਿਗੁਰ ਸਦਾ। ਪਰ ਫਿਰ ਵਿਚਾਰਾ ਕਰਦਿਆਂ ਦੋਵੇਂ ਸੋਚਣ ਲੱਗ ਪਏ ਹੋਲੀ ਮਾਲ ਨਹੀਂ ਹੈ ਇਹੋ ਸਤਿਗੁਰ ਜਾਗਤ ਹੈ ਦਿਓ ਵੀ ਸਤਿਗੁਰੂ ਜੀ ਤਾਂ ਅੱਠੇ ਪੈਰ ਰਾਤ ਦਿਨ ਸਦਾ ਵਾਤੇ ਜਾਗਦੇ ਹੀ ਰਹਿੰਦੇ ਹਨ। ਸੋਚਿਆ ਵੀ ਕਿਤੇ ਮਹਾਰਾਜ ਸ਼ਬਦਾਂ ਦੀ ਆਵਾਜ਼ ਸੁਣ ਕਰਕੇ ਸਾਡੇ ਤੇ ਨਾਰਾਜ਼ ਨਾ ਹੋ ਜਾਣ। ਇਹੋ ਜਿਹੀਆਂ ਇਹ ਵਿਚਾਰੇ ਦੋਵੇਂ ਹੀ ਆਪਸ ਵਿੱਚ ਹੀ ਕਰਨ ਲੱਗ ਪਏ ਸਨ। ਤੁਰੀ ਅਵਸਥਾ ਮਹਿ ਜਦ ਕਦਾ। ਸੋਚਿਆ ਵੀ ਸਤਿਗੁਰੂ ਜੀ ਤਾਂ ਜਿਹੜੀ ਹੈ ਤੁਰੀਆ ਅਵਸਥਾ ਉਸ ਦੇ ਵਿੱਚ ਹੀ ਸਦਾ ਦੇ ਲਈ ਆਪਣਾ ਆਨੰਦ ਮਾਣਦੇ ਰਹਿੰਦੇ ਹਨ। ਤੀਨ ਅਵਸਥਾ ਸਾਖੀ ਰੂਪ। ਸਤਿਗੁਰੂ ਜੀ ਤਾਂ ਜਿਹੜੀਆਂ ਜਾਗਰਤ ਹੈ ਫਿਰ ਸੁਪਨ ਹੈ ਸੁਖੋਪਤ ਹੈ ਇਹ ਤਿੰਨੇ ਜਿਹੜੀਆਂ ਅਵਸਥਾ ਹਰੇਕ ਪ੍ਰਾਣੀ ਨੂੰ ਆਇਆ ਕਰਦੀਆਂ ਹਨ। ਜਦੋਂ ਜਾਗਦੀਆਂ ਜਾਗਰਤ ਅਵਸਥਾ ਜੇ ਕਿਸੇ ਨੂੰ ਸੁਪਨਾ ਆ ਗਿਆ ਉਹ ਫਿਰ ਸੁਪਨ ਅਵਸਥਾ ਅਤੇ ਜਦੋਂ ਮਨੁੱਖ ਕੂਕ ਨੀਂਦ ਦੇ ਵਿੱਚ ਪੈ ਜਾਇਓ ਸੁਖੋਪਤ ਅਵਸਥਾ ਹੋਇਆ ਕਰਦੀ ਹੈ। ਇਹ ਗੁਰਮੁਖ ਨੇ ਬੜੇ ਸਿਆਣੇ ਸੋਚਣ ਲੱਗੇ ਵੀ ਸਤਿਗੁਰੂ ਹਰਿ ਸਾਹਿਬ ਜੀ ਮਹਾਰਾਜ ਇਹਨਾਂ ਤਿੰਨਾਂ ਅਵਸਥਾ ਦੇ ਸਾਖੀ ਰੂਪ ਨੇ ਇਹਨਾਂ ਨੂੰ ਦੇਖਣ ਵਾਲੇ ਹਨ। ਜਿਉਂ ਜਲ ਕਮਲ ਅਲੇਪ ਅਨੂਪ। ਜਿਵੇਂ ਕਹਿੰਦੇ ਕਮਲ ਦਾ ਫੁੱਲ ਜੈਸੇ ਜਲ ਮੈਂ ਕਮਲ ਨਿਰਾਲਮ ਮੋਰ ਗਾਈ ਨੈ ਸਾਣੇ ਸੋਰਤ ਸ਼ਬਦ ਭਵਸਾਗਰ ਤਰੀਆ ਨਾਨਕ ਨਾਮ ਬਖਾਣੇ। ਸਤਿਗੁਰੂ ਜੀ ਤਾਂ ਕਮਲ ਦੇ ਫੁੱਲ ਦੇ ਸਮਾਨ ਆ ਦੁਨੀਆ ਦੇ ਵਿੱਚੋਂ ਸਦਾ ਦੇ ਲਈ ਨਿਰਲੇਪ ਰਹਿੰਦੇ ਹਨ। ਸੁਨ ਹਰ ਸਿਮਰਨ ਆਨੰਦ ਧਰੈ। ਇਹਨਾਂ ਨੇ ਫਿਰ ਮਨ ਦੇ ਵਿੱਚ ਵਿਚਾਰ ਕਰ ਲਈ ਵੀ ਮਹਾਰਾਜ ਨੇ ਨਾ ਸ਼ਬਦ ਸੁਣ ਕਰਕੇ ਸਾਡੀ ਰਸਨਾ ਤੋਂ ਬੜੇ ਆਨੰਦ ਦੇ ਸਹਿਤ ਹੋ ਜਾਣਾ ਹੈ। ਹਮ ਪਰ ਖੁਸ਼ੀ ਆਪਣੀ ਕਰੈ। ਜਦੋਂ ਰੱਬੀ ਬਾਣੀ ਦੇ ਸ਼ਬਦ ਸੁਣਨੇ ਨੇ ਸਾਡੇ ਉੱਪਰ ਵੀ ਦੀਨ ਦਿਆਲ ਸਤਿਗੁਰੂ ਜੀ ਦੀ ਬੜੀ ਪ੍ਰਸੰਨਤਾ ਹੋ ਜਾਏਗੀ। ਇਮ ਵਿਚਾਰ ਕਰ ਗਾਵਨ ਲਾਗੀ। ਇਹ ਸੋਚ ਕਰਕੇ ਦੋਵੇਂ ਗੌਰ ਸਿੱਖ ਰੱਬੀ ਬਾਣੀ ਦੇ ਸ਼ਬਦਾਂ ਨੂੰ ਬੜੀ ਉੱਚੀ ਆਵਾਜ਼ ਦੇ ਨਾਲ ਗਾਉਣ ਲੱਗ ਪਏ ਹਨ। ਸੁਰ ਸੁੰਦਰ ਤੇ ਔਰ ਅਨੁਰਾਗੀ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਹਿਲਾਂ ਹੀ ਹੋ ਜਿਆ ਰੱਬੀ ਬਾਣੀ ਦਾ ਬੜਾ ਹੀ ਪਿਆਰ ਲਵਾ ਲਵ ਕਰਕੇ ਭਰਿਆ ਹੋਇਆ ਸੀ। ਸੁਨ ਬਾਣੀ ਪੁਨ ਸਤਿਗੁਰ ਜਾਗੀ। ਜਦੋਂ ਇਹਨਾਂ ਦੀ ਰਸਨਾ ਤੋਂ ਮਹਾਰਾਜ ਨੇ ਰੱਬੀ ਬਾਣੀ ਦੇ ਸ਼ਬਦ ਸੁਣੇ ਉਸੇ ਵਕਤ ਮਹਾਰਾਜ ਤਾਂ ਸਾਵਧਾਨ ਹੋ ਗਏ ਹਨ। ਕਰੀ ਸ਼ੀਗਰਤਾ ਸਹਿਜਾ ਤਿਆਗੀ। ਜਦੋਂ ਇਹ ਰੱਬੀ ਬਾਣੀ ਦੇ ਸ਼ਬਦਾਂ ਦੀ ਧੁਨੀ ਮਹਾਰਾਜ ਦੇ ਕੰਨਾਂ ਦੇ ਵਿੱਚ ਪਾਈ ਉਸੇ ਵਕਤ ਮਹਾਰਾਜ ਨੇ ਆਪਣੀ ਜਿਹੜੀ ਨਾ ਇਹ ਸੁੰਦਰ ਸਹਿਜਾ ਸੋਹਣਾ ਪਲੰਗ ਵੀ ਤਿਆਗ ਦਿੱਤਾ ਸੀ। ਹਰ ਬਰਾਏ ਜਬ ਨਿੰਦਰਾ ਤਿਆਗੀ। ਹਰ ਬਰਾਏ ਜਬ ਨਿੰਦਰਾ ਤਿਆਗੀ। ਜਦੋਂ ਸ਼ਬਦਾਂ ਦੀ ਧੁਨੀ ਕੰਨਾਂ ਦੇ ਵਿੱਚ ਪੈ ਗਈ ਉਸੇ ਵਕਤ ਸਤਿਗੁਰੂ ਜੀ ਬੜੇ ਕਾਲੇ ਪੈ ਗਏ ਸਨ। ਪਾਟੀ ਚੋਟ ਗੋਡ ਪਰ ਲਾਗੀ। ਪਾਟੀ ਚੋਟ ਗੋੜ ਪਰ ਲਾਗੀ।
ਇਤਨਾ ਕਾਲਾਪਣ ਮਹਾਰਾਜ ਦੇ ਅੰਦਰ ਪੈਦਾ ਹੋ ਗਿਆ। ਉੱਠਣ ਮੌਕੇ ਗੋਡੇ ਦੇ ਉੱਪਰੋਂ ਜਿਹੜੀ ਮੰਜੇ ਦੀ ਬਾਹੀ ਪਲੰਘੇ ਦੀ ਬਾਹੀ ਬੜੇ ਜ਼ੋਰ ਦੇ ਨਾਲ ਲੱਗ ਗਈ ਸੀ। ਤਜ ਪਰਯੰਕ ਕੋ ਉਠੇ ਕਿਰਪਾਲਾ। ਦਿਆਲੂ ਕਿਰਪਾਲੂ ਸਤਿਗੁਰੂ ਜੀ ਸ਼ਬਦਾਂ ਨੂੰ ਸੁਣ ਕਰਕੇ ਨਾ ਉਸ ਸਮੇਂ ਆਪਣੇ ਪਲੰਘੇ ਤੋਂ ਉੱਠ ਕਰਕੇ ਖੜੇ ਹੋ ਗਏ ਨੇ। ਜਾਨੂ ਲਗਿਓ ਉਤਰਬੇ ਕਾਲਾ। ਜਦੋਂ ਮਹਾਰਾਜ ਥੋੜਾ ਜਿਹਾ ਕਾਲੇਪਣ ਦੇ ਨਾਲ ਪਲੰਘੇ ਤੇ ਉਤਰਨ ਲੱਗੇ, ਉਹ ਜਿਹੜਾ ਗੋਡਾ ਬੜੇ ਜ਼ੋਰ ਦੇ ਨਾਲ ਉਸ ਬਾਈ ਦੇ ਨਾਲ ਵੱਜ ਗਿਆ ਸੀ। ਪਾਟੀ ਚੋਟ ਸੋ ਦਾਸਨ ਹੇਰੀ। ਸੇਵਕਾਂ ਦਾਸਾਂ ਨੇ ਦੇਖਿਆ ਵੀ ਇਹ ਤਾਂ ਚੋਟ ਲੱਗਣ ਦੇ ਕਾਰਨ ਮਹਾਰਾਜ ਦੇ ਗੋਡੇ ਨੂੰ ਕਾਫੀ ਸੋਜ ਵੀ ਚੜ੍ਹ ਚੁੱਕੀ ਹੈ। ਕਰ ਧਰ ਮਰਦਨ ਕੀਨ ਕਨੇਰੀ। ਫਿਰ ਜਿਹੜਾ ਹਜੂਰੀਆ ਸੇਵਾਦਾਰ ਉਹਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਮਹਾਰਾਜ ਦੇ ਗੋਡੇ ਦੀ ਬੜੇ ਜ਼ੋਰ ਦੇ ਨਾਲ ਮਾਲਿਸ਼ ਕੀਤੀ ਸੀ। ਪੁੰਨ ਕਰ ਜੋਰੇ ਪੁੱਛਣ ਲਾਗੀ। ਜਦੋਂ ਦੇਖਿਆ ਵੀ ਇਹ ਤਾਂ ਮਹਾਰਾਜ ਸ਼ਬਦਾਂ ਦੀ ਆਵਾਜ਼ ਸੁਣ ਕਰਕੇ ਆਪਣੇ ਪਲੰਘੇ ਤੋਂ ਹੀ ਉੱਠ ਖੜੇ ਹਨ। ਸੁਣ ਕਰਕੇ ਪ੍ਰੇਮੀ ਗੌਰਾ ਸਿੱਖ ਆਪਣੇ ਮਨ ਦਾ ਜਿਹੜਾ ਸ਼ੰਕਾ ਦੂਰ ਕਰਨ ਵਾਸਤੇ ਪੁੱਛਣ ਲੱਗ ਪਏ ਨੇ। ਸ਼੍ਰੀ ਸਤਿਗੁਰ ਤੁਮ ਕਿਸ ਬਿਦ ਜਾਗੀ। ਸੱਚੇ ਪਾਤਸ਼ਾਹ ਵੀ ਆਪਨੇ ਸ਼ਬਦਾਂ ਦੀ ਆਵਾਜ਼ ਸੁਣ ਕਰਕੇ ਕਾਹਨੂੰ ਨਿੰਦਰਾ ਤਿਆਗਣੀ ਸੀ। ਬਚਨ ਆਪ ਕੇ ਸ਼ਬਦ ਬਨੇ ਹੈ। ਆਪ ਦੇ ਬਚਨਾਂ ਦੇ ਨਾਲ ਹੀ ਹੈ ਗੁਰਬਾਣੀ ਦੇ ਜਿਹੜੇ ਸ਼ਬਦ ਬਣੇ ਹੋਏ ਨੇ, ਜੋ ਨੇ ਆਪ ਦੀਆਂ ਆਤਮਾ ਦੀਆਂ ਰਿਸ਼ਮਾਂ, ਉਹਨਾਂ ਨੇ ਮਾਨੋ ਇਹ ਸ਼ਬਦਾਂ ਦਾ ਇੱਕ ਰੂਪ ਧਾਰਨ ਕੀਤਾ ਹੋਇਆ ਹੈ। ਨਰ ਤਾਰਨ ਹਿਤ ਸੁਖਦ ਬਨੇ ਹੈ। ਸੱਚੇ ਪਾਤਸ਼ਾਹ ਵੀ ਆਪ ਨੇ ਹੀ ਪਹਿਲੇ ਸਰੂਪਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਦੂਸਰੇ ਪਾਤਸ਼ਾਹ, ਤੀਸਰੇ ਪਾਤਸ਼ਾਹ, ਪੰਜਵੇਂ ਪਾਤਸ਼ਾਹ ਨੇ ਤਾਂ ਕਿਤਨੇ ਜਿਹੜੇ ਸਾਰੇ ਗੁਰੂਆਂ ਤੋਂ ਵੱਧ ਸ਼ਬਦ ਉਹ ਵੀ ਬੜੇ ਸੁਖੈਨ। ਇਹਨਾਂ ਸ਼ਬਦਾਂ ਦੇ ਅਰਥਾਂ ਦੀ ਵੀ ਹਰੇਕ ਨੂੰ ਤਕਰੀਬਨ ਬੜੀ ਸਮਝ ਪੈ ਜਾਂਦੀ ਹੈ। ਕਹਿਣ ਲੱਗੇ ਮਹਾਰਾਜ ਇਹ ਸੰਗਤਾਂ ਦਾ ਉਦਾਰ ਕਰਨ ਵਾਸਤੇ ਆਪ ਨੇ ਹੀ ਇਹ ਪਹਿਲੇ ਰੂਪਾਂ ਦੇ ਵਿੱਚ ਸ਼ਬਦ ਉਚਾਰਨ ਕੀਤੇ ਹਨ। ਸੰਕਨ ਕਿਸ ਕੀ ਰਾਵਰ ਧਰੀ। ਸੰਕਨ ਕਿਸ ਕੀ ਰਾਵਰ ਧਰੀ। ਸੱਚੇ ਪਾਤਸ਼ਾਹ ਵੀ ਆਪ ਨੇ ਇਹ ਸ਼ੰਕਾ ਕਿਉਂ ਮਨ ਦੇ ਵਿੱਚ ਧਾਰਨ ਕੀਤਾ ਹੈ। ਕਾਰਜ ਕਬਨ ਸ਼ੀਘਰਤਾ ਕਰੀ। ਆਪ ਨੇ ਇਹ ਉੱਠਣ ਵਾਲੇ ਦੇ ਲਈ ਕਾਹਦੇ ਵਾਸਤੇ ਇਤਨੀ ਕਾਹਲੀ ਕੀਤੀ ਹੈ। ਕੋਈ ਜ਼ਿਆਦਾ ਤਾਂ ਜ਼ਰੂਰੀ ਕੰਮ ਵੀ ਹੈ ਨਹੀਂ ਸੀ। ਆਪ ਨੇ ਹੀ ਬਚਨਾਂ ਦੇ ਰੂਪ ਦੇ ਵਿੱਚ ਸ਼ਬਦ ਉਚਾਰਨ ਕੀਤੇ ਹਨ। ਕਿਹੜਾ ਇਹੋ ਜਿਹਾ ਜ਼ਰੂਰੀ ਕੰਮ ਹੋ ਗਿਆ ਜਿਸ ਕਰਕੇ ਆਪ ਨੇ ਬੜੀ ਕਾਹਲੀ ਕੀਤੀ ਹੈ। ਹਰ ਬਰਾਈ ਅਬ ਐਸੇ ਜਾਗੀ। ਸੱਚੇ ਪਾਤਸ਼ਾਹ ਇਤਨੀ ਤੇਜ਼ੀ ਦੇ ਨਾਲ ਆਪ ਪਲੰਘੇ ਤੋਂ ਉੱਠੇ ਹੋ। ਪਾਟੀ ਚੋਟ ਗੋਡ ਮਹਿ ਲਾਗੀ। ਆ ਦੇਖੋ ਗੋਡੇ ਦੇ ਉੱਪਰ ਬਾਈ ਲੱਗਣ ਕਰਕੇ ਕਿਵੇਂ ਬੜੀ ਸੋਜ ਵੀ ਚੜ ਚੁੱਕੀ ਹੈ। ਸੁਨ ਕਰ ਸ਼੍ਰੀ ਹਰਿ ਰਾਏ ਉਚਾਰੇ। ਸੁਣ ਕਰਕੇ ਤਨ ਸਤਿਗੁਰੂ ਮਹਾਰਾਜ ਸਾਹਿਬ ਜੀ ਮਹਾਰਾਜ ਬੜੇ ਪਿਆਰ ਦੇ ਨਾਲ ਉਹਨਾਂ ਗੁਰ ਸਿੱਖਾਂ ਨੂੰ, ਪ੍ਰੇਮੀਆਂ ਨੂੰ, ਸੇਵਕਾਂ ਨੂੰ ਆਪਣੇ ਵੱਲੋਂ ਸਮਝਾਉਣ ਲੱਗੇ ਹਨ। ਸੁਨਹੁ ਸਿੱਖ ਤੁਮ ਹੋ ਮਮ ਪਿਆਰੀ। ਮਹਾਰਾਜ ਕਹਿ ਲਗੇ ਭਾਈ ਗੁਰ ਸਿੱਖੋ ਤੁਸੀਂ ਮੈਨੂੰ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਪਿਆਰੇ ਲੱਗਦੇ ਹੋ। ਜੇ ਮੈਂ ਭਗਵਾਨ ਨੂੰ ਸਾਰਿਆਂ ਨਾਲੋਂ ਵਸਤੂ ਕਿਹੜੀ ਪਿਆਰੀ ਆਪਣੇ ਭਗਤ ਜਨ। ਕਿਸੇ ਚੱਕਰਵਰਤੀ ਮਹਾਰਾਜੇ ਨੇ ਵੀ ਫਕੀਰ ਦੇ ਪਾਸ ਸਵਾਲ ਪਾਇਆ ਸੀ ਵੀ ਜੇ ਕਿਤੇ ਮਹਾਂਪੁਰਖਾਂ ਦੇ ਉੱਪਰ, ਭਗਤਾਂ ਦੇ ਉੱਪਰ ਭੀੜਾ ਪੈ ਜਾਏ, ਭਗਵਾਨ ਨੂੰ ਕੀ ਆਉਣ ਦੀ ਲੋੜ ਹੈ। ਕਿਸੇ ਆਪਣੇ ਦੇਵੀ ਦੇਵਤੇ ਜਾਂ ਹੋਰ
ਪੀਰ ਫਕੀਰ ਨੂੰ ਔਲੀਆ ਅਵਤਾਰ ਨੂੰ ਪੈਜ ਸਕਦਾ ਹੈ, ਪਰ ਫਕੀਰ ਨੇ ਉਹ ਜਿਹਾ ਢੰਗ ਤਰੀਕਾ ਵਰਤਿਆ ਉਹਨੂੰ ਸਮਝਾਉਣ ਦੇ ਲਈ। ਤਲਾਬ ਦੇ ਕਿਨਾਰੇ 'ਤੇ ਉਸ ਸਮੇਂ ਉਹ ਫਕੀਰ ਸਾਈਂ ਬੈਠੇ ਸਨ। ਇੱਕ ਐਵੇਂ ਉਹ ਡੁਪਲੀਕੇਟ ਜਾ ਸਾਹਿਬਜ਼ਾਦੇ ਦਾ ਰੂਪ ਬਣਾ ਕਰਕੇ ਫਕੀਰ ਨੇ ਆਪਣੀ ਗੋਦੀ ਦੇ ਵਿੱਚ ਰੱਖਿਆ ਹੋਇਆ ਸੀ। ਉਧਰੋਂ ਚੱਕਰਵਰਤੀ ਬਾਦਸ਼ਾਹ ਵੀ ਚੱਲ ਕਰਕੇ ਜਦੋਂ ਆਇਆ, ਉਸ ਨੂੰ ਦਿਖਾ ਕਰਕੇ ਫਕੀਰ ਨੇ ਉਹ ਸਾਹਿਬਜ਼ਾਦੇ ਦਾ ਭਾਵੇਂ ਇੱਕ ਡੁਪਲੀਕੇਟ ਰੂਪ ਬਣਾਇਆ ਹੋਇਆ ਸੀ, ਵਗਾ ਕਰਕੇ ਤਲਾਬ ਦੇ ਵਿੱਚ ਸੁੱਟ ਦਿੱਤਾ। ਬਾਦਸ਼ਾਹ ਨੂੰ ਪੈ ਗਿਆ ਭੁਲੇਖਾ ਵੀ ਪਤਾ ਨਹੀਂ ਆ ਸਾਧੂਆਂ ਨੇ ਮੇਰਾ ਸਾਹਿਬਜ਼ਾਦਾ ਹੀ ਤਲਾਬ ਦੇ ਵਿੱਚ ਫੈਂਕ ਦਿੱਤਾ ਹੈ। ਉਸੇ ਬਾਤ ਸਣੇ ਸ਼ਾਹੀ ਪੁਸ਼ਾਕ ਦੇ ਛਾਲ ਮਾਰ ਦਿੱਤੀ। ਬਾਦਸ਼ਾਹ ਨੇ ਆਪਣੇ ਸਾਹਿਬਜ਼ਾਦੇ ਨੂੰ ਬਚਾਉਣ ਦੇ ਲਈ ਜਦੋਂ ਹੱਥ ਦੇ ਵਿੱਚ ਪਕੜਿਆ, ਬੜਾ ਸ਼ਰਮਿੰਦਾ ਹੋਇਆ ਵੀ ਮੈਂ ਤਾਂ ਐਵੇਂ ਆਪਣੇ ਕੱਪੜੇ ਹੀ ਪਿਓ ਲਏ ਹਨ। ਜਦੋਂ ਬਾਹਰ ਨਿਕਲਿਆ, ਉਹ ਮਹਾਂਪੁਰਖ ਪੁੱਛਣ ਲੱਗੇ ਵੀ ਤੂੰ ਆਪਣੇ ਸਾਹਿਬਜ਼ਾਦੇ ਨੂੰ ਤਲਾਬ ਦੇ ਵਿੱਚੋਂ ਕੱਢਣ ਵਾਸਤੇ ਆ ਤੇਰੇ ਬਥੇਰੇ ਨੌਕਰ ਚਾਕਰ ਐਲਕਾਰ ਜਰਨੈਲ ਉਹ ਆਲੇ ਦੁਆਲੇ ਘੁੰਮਦੇ ਫਿਰਦੇ ਨੇ, ਇਹਨਾਂ ਨੂੰ ਪੈਸੇ ਦਿੰਦਾ ਕਾਹਨੂੰ ਐਵੇਂ? ਤਲਾਬ ਦੇ ਵਿੱਚ ਛਾਲ ਮਾਰ ਕੇ ਆਪਣੀ ਅੱਜ ਸ਼ਾਹੀ ਪੁਸ਼ਾਕ ਵੀ ਤੈਅ ਗੱਲੀ ਕਰ ਲਈ ਹੈ। ਕਹਿ ਲੱਗਿਆ ਮਹਾਂਪੁਰਖੋ ਕਰਾਂ ਕੀ, ਸਾਹਿਬਜ਼ਾਦੇ ਨੂੰ ਦੇ ਕਰਕੇ ਮੈਥੋਂ ਰਹਿ ਨਹੀਂ ਹੋਇਆ ਵੀ ਮੈਂ ਜਲਦੀ ਇਹਨੂੰ ਜਾ ਕਰਕੇ ਬਚਾ ਲਾਂ, ਕਿਤੇ ਤਲਾਬ ਦੇ ਵਿੱਚ ਡੁੱਬ ਕਰਕੇ ਮਾਰੀ ਨਾ ਜਾਏ। ਫਕੀਰ ਕਹਿਣ ਲੱਗਿਆ ਵੀ ਇਸੇ ਤਰ੍ਹਾਂ ਭਗਵਾਨ ਨੂੰ ਵੀ ਆਪਣੇ ਭਗਤਾਂ ਦੇ ਨਾਲ ਇਤਨਾ ਪਿਆਰ ਹੈ ਵੀ ਜਿਵੇਂ ਤੈਂ ਸਾਹਿਬਜ਼ਾਦੇ ਨੂੰ ਪਕੜਨ ਦੇ ਲਈ ਸੋਚਿਆ ਹੀ ਨਹੀਂ, ਵਿਚਾਰ ਨਹੀਂ ਕੀਤੀ ਵੀ ਮੈਂ ਕਿਸੇ ਆਪਣੇ ਨੌਕਰ ਚਾਕਰ ਨੂੰ ਹੁਕਮ ਕਰਦਿਆਂ ਵੀ ਲਿਆਓ ਇਹਨੂੰ ਬਾਹਰ ਕੱਢ ਕੇ ਕਿਤੇ ਡੁੱਬ ਨਾ ਜਾਏ। ਇਸੇ ਤਰ੍ਹਾਂ ਭਗਵਾਨ ਵੀ ਆਪਣੇ ਭਗਤਾਂ ਦੀ ਰੱਖਿਆ ਕਰਨ ਦੇ ਲਈ ਉਹ ਫਿਰ ਕਿਸੇ ਦੇਵੀ ਦੇਵਤੇ ਬਲ ਨਹੀਂ ਦੇਖਿਆ ਕਰਦੇ ਹਨ, ਆਪ ਹੀ ਜਾ ਕਰਕੇ ਹਾਜ਼ਰ ਹੋ ਜਾਂਦੇ ਹਨ। ਸਤਿਗੁਰੂ ਰਾਏ ਸਾਹਿਬ ਜੀ ਮਹਾਰਾਜ ਨੇ ਵੀ ਕਿਤਨੇ ਜਿਹੜੇ ਪਿਆਰ ਦੇ ਬਚਨ ਆਪਣੀ ਰਸਨਾ ਤੋਂ ਨਾ ਗੁਰਮੁਖਾ ਸੇਵਕਾ ਦਾਸਾਂ ਨੂੰ ਸੁਣਾਏ ਵੀ ਤੁਸੀਂ ਮੈਨੂੰ ਨਾ ਇਹ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਸਦਾ ਵਾਸਤੇ ਪਿਆਰੇ ਲੱਗਦੇ ਹੋ। ਗੁਰ ਅਨਪੈ ਵਿੱਚ ਬਾਣੀ ਰੂਪ। ਉਹ ਸਮੇਂ ਸਤਿਗੁਰੂ ਰਾਏ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਵੀ ਭਾਵੇਂ ਇਹ ਜਿਹੜੇ ਸ਼ਬਦ ਸਤਿਗੁਰੂ ਜੀ ਦੇ ਬਚਨਾਂ ਦਾ ਹੀ ਰੂਪ ਹਨ, ਉਹਨਾਂ ਬਚਨਾਂ ਨੇ ਸ਼ਬਦਾਂ ਦਾ ਜਿਹੜਾ ਰੂਪ ਧਾਰਨ ਕੀਤਾ ਹੋਇਆ, ਇਹ ਜਿਹੜਾ ਸਤਿਗੁਰੂ ਜੀ ਨੇ ਸਿਧਾਂਤ ਜਣਾਇਆ ਸੀ। ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਪਰ ਤਕ ਗੁਰੂ ਨੇ ਤਾਰੇ। ਮਹਾਰਾਜ ਕਹਿਣ ਲੱਗੇ ਵੀ ਜਿਹੜੇ ਸ਼ਬਦਾਂ ਨੂੰ ਗੁਰੂ ਕੇ ਪਿਆਰੇ ਪੜ੍ਹਦੇ ਆ ਰਹੇ ਹਨ, ਇਹ ਸਾਨੂੰ ਤਾਂ ਗੁਰੂਆਂ ਦਾ ਹੀ ਸਰੂਪ ਸਾਹਮਣੇ ਨਜ਼ਰ ਆਉਂਦੇ ਹਨ। ਜਾਂ ਕੀ ਮਹਿਮਾ ਅਮਿਤ ਅਨੂਪ। ਇਸੇ ਕਰਕੇ ਮਹਾਰਾਜ ਨੇ ਇਸ ਅੰਮ੍ਰਿਤਮਈ ਬਾਣੀ ਦੀ, ਗੁਰ ਕੀ ਬਾਣੀ ਮਿੱਠੀ ਅੰਮ੍ਰਿਤ ਧਾਰ, ਇਤਨਾ ਜਿਹੜਾ ਆਪਣਾ ਮਾਣ ਸਤਿਕਾਰ ਸਤਿਗੁਰੂ ਜੀ ਨੇ ਆਪਣੇ ਵੱਲੋਂ ਕਰਕੇ ਦਿਖਾਇਆ, ਤੇ ਬੜੀ ਰੱਬੀ ਬਾਣੀ ਦੀ ਮਹਿਮਾ ਵੀ ਆਪਣੀ ਰਸਨਾ ਤੋਂ ਇਹਨਾਂ ਪ੍ਰੇਮੀਆਂ ਨੂੰ ਦੱਸ ਰਹੇ ਹਨ। ਪਾਵੇ ਅਗਨੀ ਸਾਗਰ ਕਹੋ ਤਰਨੀ। ਸਤਿਗੁਰੂ ਰਾਏ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਭਾਈ ਗੁਰਮੁਖੋ ਜਿਹੜੇ ਨੇ ਇਲਾਹੀ ਬਾਣੀ ਦੇ ਸ਼ਬਦ, ਆ ਜਿਹੜਾ ਇੱਕ ਅੱਗ ਦਾ ਸਾਗਰ ਸੰਸਾਰ ਹੈ, ਇਸ ਅੱਗ ਦੇ
ਸੰਸਾਰ ਨੂੰ ਤਾਰਨ ਦੇ ਲਈ ਇਹ ਬਾਣੀ ਬੇੜੀ ਦਾ ਜੋ ਵੀ ਸ਼ਬਦ ਨੇ ਬੇੜੀ ਦਾ ਰੂਪ ਹਨ। ਸਤਿਗੁਰ ਸਿੱਖਨ ਕੋ ਸੁਖ ਕਰਨੀ। ਇਹ ਜਿਹੜੇ ਲਾਈ ਬਾਣੀ ਦੇ ਸ਼ਬਦ ਗੁਰ ਸਿੱਖਾਂ ਨੂੰ ਬੜੇ ਸੁੱਖਾਂ ਨੂੰ ਵੀ ਦੇਣ ਵਾਲੇ ਹਨ। ਪਾਠਕ ਹਿਰਦੈ ਵਿਕਾਰਨ ਹਰਨੀ। ਪਾਠਕ ਹਿਰਦੈ ਵਿਕਾਰਨ ਹਰਨੀ, ਵੀ ਜਿਹੜੇ ਜਗਿਆਸੂ ਜਿਹੜੇ ਪ੍ਰੇਮੀ ਗੁਰ ਸਿੱਖ ਰੱਬੀ ਬਾਣੀ ਦੇ ਸ਼ਬਦਾਂ ਦਾ ਬਹੁਤ ਹੀ ਜ਼ਿਆਦਾ ਜਾਪ ਗੁਰ ਬਾਣੀ ਦਾ ਪਾਠ ਕਰਨ ਵਾਲੇ ਹਨ, ਉਹਨਾਂ ਦੇ ਹਿਰਦੇ ਦੇ ਅੰਦਰੋਂ ਜਿਹੜੇ ਕਾਮ ਕ੍ਰੋਧ ਔਰ ਲੋਭ ਮੋਹ ਬਿਨਸ ਜਾਏ ਅਹੰਕਾਰ, ਇਹ ਵੱਡੇ ਵੱਡੇ ਜਿਹੜੇ ਬੇਕਾਰ ਉਹਨਾਂ ਨੂੰ ਵੀ ਗੁਰ ਬਾਣੀ ਗੁਰ ਸਿੱਖਾਂ ਦੇ ਹਿਰਦੇ ਦੇ ਅੰਦਰੋਂ ਨਾਸ ਕਰ ਦਿੰਦੀ ਹੈ। ਹੁਣ ਜਿਸ ਪ੍ਰਕਾਰ ਅੱਗੇ ਵੀ ਮਹਾਰਾਜ ਨੇ ਆਪਣੀ ਰਸਨਾ ਤੋਂ ਬੜੇ ਇਹੋ ਜਿਹੇ ਜੋ ਵੀ ਬਚਨ ਸੁਣਾਉਣੇ ਨੇ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸਤਿਗੁਰੂ ਹਰਿ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਬੜ ਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਪਾਠਕ ਹਿਰਦੈ ਵਿਕਾਰਨ ਹਰਨੀ। ਹਰਨੀ ਤ੍ਰਿਸ਼ਨਾ ਸਿੰਘਨ ਬਰਨੀ। ਪਾਠਕ ਹਿਰਦੈ ਵਿਕਾਰਨ ਹਰਨੀ। ਹਰਨੀ ਤ੍ਰਿਸ਼ਨਾ ਸਿੰਘਨ ਬਰਨੀ। ਇਹ ਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ। ਹੈ ਪੂਰਨ ਸਰਬ ਮੈਂ ਦੁਖ ਪਾਂਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੀਕ। ਹੈ ਗੋਵਿੰਦ ਹੈ ਗੁਣ ਦਾਨ ਜਾ ਕੈ ਸਦਾ ਵਿਵੇਕ। ਹੈ ਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ। ਹੈ ਸੰਤਾਂ ਕੈ ਸਦਾ ਸੰਗ ਨਿਰਧਾਰਾ ਆਧਾਰ। ਹੈ ਕਰੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ ਰਾਖੋਈਐ ਪਰੋਈ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਕਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿ ਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਜਰਦ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਜੋ ਜਰਦ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ।